ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹਲਾ ਤੀਜਾ। ਬਿਨ ਗੁਰ ਰੋਗ ਨ ਟੁਟਾਈ, ਹਉਮੈ ਪੀੜ ਨ ਜਾਏ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹਿ ਸਮਾਏ। ਗੁਰ ਸ਼ਬਦੀ ਹਰ ਪਾਈਐ, ਬਿਨ ਸ਼ਬਦੈ ਭਰਮ ਭੁਲਾਏ। ਮਨ ਰੇ ਨਿਜ ਘਰ ਵਾਸਾ ਹੋਏ, ਰਾਮ ਨਾਮ ਸਾਲਾਹੇ ਤੂੰ। ਫਿਰ ਆਵਣ ਜਾਣ ਨ ਹੋਏ, ਰਾਮ ਨਾਮ ਸਾਲਾਹੇ ਤੂੰ। ਫਿਰ ਆਵਣ ਜਾਣ ਨ ਹੋਏ। ਵਾਹਿਗੁਰੂ। ਸ਼੍ਰੀ ਰਾਗ ਮਹਲਾ ਤੀਜਾ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਹਾਨ ਸਤਿਗੁਰੂ ਤੇਜੋ ਨੰਦਨ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜਿਸ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸਾਰੇ ਰੋਗਾਂ ਦਾ ਮੁੱਢ ਹੰਕਾਰ, ਇਸ ਹੰਕਾਰ ਰੂਪੀ ਦੁੱਖ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਹਨ। ਰਹਾਉ ਦੀ ਪੰਕਤੀ ਹੈ ਜੋ ਸ਼ਬਦ ਦਾ ਮੇਨ ਭਾਵ ਹੁੰਦਾ ਹੈ। ਰਾਮ ਨਾਮ ਸਾਲਾਹੇ ਤੂੰ, ਫਿਰ ਆਵਣ ਜਾਣ ਨਾ ਹੋਏ। ਹਉਮੈ ਦੀਰਘ ਰੋਗ ਹੈ। ਇਹ ਵੱਡੀ ਬਿਮਾਰੀ ਹੈ, ਬਿਮਾਰੀਆਂ ਦਾ ਮੁੱਢ ਹੈ। ਇੱਥੋਂ ਸਾਰੀਆਂ ਬਿਮਾਰੀਆਂ ਪੱਤਿਆਂ ਵਾਂਗੂ ਨਿਕਲਦੀਆਂ। ਦਾਰੂ ਪੀ ਸਮਾਹੇ, ਦਵਾਈ ਵੀ ਅੰਦਰ ਹੈ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਬੰਦਾ ਆਪਦੇ ਉੱਤੇ ਆਪ ਕਿਰਪਾ ਕਰੇ, ਗੁਰੂ ਦੇ ਸ਼ਬਦ ਦੀ ਕਮਾਈ ਕਰੇ, ਤੇ ਇਹ ਰੋਗ ਕੱਟਿਆ ਜਾ ਸਕਦਾ ਹੈ। ਗੁਰੂ ਤੋਂ ਬਗੈਰ ਇਸ ਰੋਗ ਦਾ ਜਿਹੜਾ ਦੁੱਖ ਹੈ ਨਾ, ਉਹ ਮੁੱਕਦਾ ਨਹੀਂ। ਹੰਕਾਰੀ ਬੰਦੇ ਨੂੰ ਜਦੋਂ ਉਹਦੇ ਹੰਕਾਰ ਤੇ ਚੋਟ ਵੱਜਦੀ ਹੈ, ਬੜਾ ਦਰਦ ਹੁੰਦਾ ਹੈ। ਚਾਹੇ ਉਹ ਪੁਰਾਤਨ ਸਮਾਂ ਸੀ, ਚਾਹੇ ਅੱਜ ਦਾ ਸਮਾਂ ਹੈ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੰਕਾਰ ਕਰਦਾ, ਕੋਈ ਪਦਵੀ ਦਾ, ਕੋਈ ਸੰਪਤੀ ਦਾ, ਕੋਈ ਅਮੀਰੀ ਦਾ। ਜੇ ਕੋਈ ਰੱਬ ਦਾ ਪਿਆਰਾ ਉਸ 'ਤੇ ਚੋਟ ਕਰ ਦੇਵੇ ਤਾਂ ਉਹਨੂੰ ਬੜਾ ਦੁੱਖ ਹੁੰਦਾ, ਬੜੀ ਪੀੜ ਹੁੰਦੀ ਹੈ। ਜਿਵੇਂ ਮਲਕ ਭਾਗੋ 'ਤੇ ਚੋਟ ਕੀਤੀ ਧੰਨ ਗੁਰੂ ਗੋਬਿੰਦ ਨਾਨਕ ਦੇ ਮਹਾਰਾਜ ਜੀ ਨੇ, ਤੇ ਮਲਕ ਭਾਗੋ ਨੂੰ ਓਨਾ ਚਿਰ ਆਰਾਮ ਨਹੀਂ ਆਇਆ ਜਿੰਨਾ ਚਿਰ ਉਸ ਨੇ ਆਪਦੀ ਹੰਕਾਰ ਨੂੰ ਪੱਠੇ ਨਹੀਂ ਪਾ ਲਏ। ਭਾਵ ਇਹ ਹੰਕਾਰ ਦੁੱਖ ਦਿੰਦਾ ਮਨੁੱਖ ਨੂੰ, ਔਰ ਮਨੁੱਖ ਫਿਰ ਆਪਣੇ ਹੰਕਾਰ ਨੂੰ ਬਣਾਈ ਰੱਖਣਾ ਚਾਹੁੰਦਾ, ਛੱਡਣ ਨੂੰ ਤਿਆਰ ਨਹੀਂ। ਸਤਿਗੁਰਾਂ ਨੇ ਭਰੀ ਸਭਾ ਦੇ ਵਿੱਚ ਮਲਕ ਭਾਗੋ ਦੇ ਪੂੜਿਆਂ 'ਚੋਂ ਖੂਨ ਕੱਢ ਕੇ ਕਿਆ ਦਿਖਾ ਦਿੱਤਾ ਕਿ ਮਲਕ ਭਾਗੋ ਦੇ ਇੰਨਾ ਦਰਦ ਹੋਇਆ ਤੇ ਕਹਿੰਦਾ ਮੈਂ ਬਦਲਾ ਲੈ ਕੇ ਹਟੂੰਗਾ। ਮੇਰੀ ਬੇਇੱਜ਼ਤੀ ਕਰਤੀ। ਜਿੰਨੀਆਂ ਲੜਾਈਆਂ ਹੋ ਰਹੀਆਂ ਹੰਕਾਰ ਦੇ ਕਾਰਨ ਹੀ।
ਚਾਈਨਾ ਕਹਿੰਦਾ ਮੈਂ ਘੱਟ ਨਹੀਂ, ਭਾਰਤ ਕਹਿੰਦਾ ਮੈਂ ਵੀ ਘੱਟ ਨਹੀਂ, ਕਹੋ ਸਤਨਾਮ ਸੀ। ਤਾਂ ਇਸ ਕਰਕੇ ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਇਹ ਹੰਕਾਰ ਜਿਹੜਾ ਗੁਰੂ ਦੀ ਕਿਰਪਾ ਨਾਲ ਹੀ ਇਹ ਬਿਮਾਰੀ ਟੁੱਟਦੀ ਆ। ਬਿਨ ਗੁਰ ਰੋਗ ਨਾ ਟੁੱਟੇ ਹੀ ਹਉਮੈ ਪੀੜ ਨਾ ਜਾਏ। ਔਰ ਰੋਜ਼ਾਨਾ ਮਲਕ ਭਾਗੋ ਤਪਦਾ ਹੰਕਾਰ ਦੇ ਕਾਰਨ। ਬਈ ਮੈਂ ਗੁਰੂ ਨਾਨਕ ਤਪੇ ਨੂੰ ਕਿਵੇਂ ਸਬਕ ਸਿਖਾਵਾਂ? ਸਬਕ ਤਾਂ ਸਿਖਾਊਂਗਾ ਮੈਂ। ਆ ਵੱਡੇ ਵੱਡੇ ਮੰਤਰੀ ਸੰਤਰੀ ਇਹ ਕਿਸੇ ਦੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਦਿਲ ਵਿੱਚ ਹੰਕਾਰ ਨੂੰ ਪੱਠੇ ਪਾਉਂਦੇ ਰਹਿੰਦੇ ਆ, ਕਦੋਂ ਫਸੇ ਤੇ ਕਦੋਂ ਫਸਾਵਾਂ ਇਸ ਨੂੰ। ਤੇ ਮਲਕ ਭਾਗੋ ਜਿਹੜੇ ਰਾਜੇ ਦਾ ਵਜ਼ੀਰ ਸੀ, ਮੰਤਰੀ ਸੀ, ਉਹਦਾ ਲੜਕਾ ਬੜੇ ਲੰਮੇ ਸਮੇਂ ਤੋਂ ਬਿਮਾਰ ਪਿਆ ਸੀਗਾ, ਠੀਕ ਨਹੀਂ ਸੀ ਹੋ ਰਿਹਾ। ਤੇ ਇੱਕ ਦਿਨ ਉਹ ਰਾਜਾ ਕਹਿਣ ਲੱਗਿਆ, ਪਠਾਨ ਮਲਕ ਯਾਰ ਕੋਈ ਇਲਾਜ ਦੱਸ, ਮੁੰਡਾ ਠੀਕ ਨਹੀਂ ਹੋ ਰਿਹਾ। ਤੇ ਮਲਕ ਭਾਗੋ ਦੀ ਸੋਈ ਉੱਥੇ ਵੱਜੀ ਬਾਬੇ ਨਾਨਕ ਜੀ ਦੇ ਧਿਆਨ ਤੇ। ਕਹਿਣ ਲੱਗਿਆ ਲੈ ਕਿਸੇ ਸਾਧ ਨੂੰ ਫੜੋ, ਕਈ ਰੋਗ ਬਿਮਾਰੀਆਂ ਦਵਾਈ ਨਾਲ ਨਹੀਂ ਟੁੱਟਦੀਆਂ, ਸਾਹ ਤੋੜ ਦਿੰਦੇ। ਕਹਿੰਦਾ ਬਥੇਰੇ ਪੀਰ ਫਕੀਰ ਮਨਾ ਲਏ ਯਾਰ, ਬਹੁਤ ਸ਼ੀਰਨੀਆਂ ਬਣ ਦਿੱਤੀਆਂ, ਮੁਸਲਮਾਨ ਸੀ ਨਾ ਉਹ। ਰਾਜਾ ਬਹੁਤ ਪੀਰਾਂ ਫਕੀਰਾਂ ਨੂੰ ਮਨਾ ਲਿਆ, ਬੜੀਆਂ ਚਾਦਰਾਂ ਚੜਾਤੀਆਂ ਕਬਰਾਂ ਤੇ, ਪਰ ਠੀਕ ਨਹੀਂ ਹੋਇਆ। ਉਹ ਕਹਿਣ ਲੱਗਿਆ ਇੱਥੇ ਆਪਣੇ ਪਿੰਡ 'ਚ ਨਾਨਕ ਤਪਾ ਆਇਆ ਵਾ, ਉਹਨੂੰ ਫੜ, ਉਹ ਠੀਕ ਕਰ ਸਕਦਾ, ਪਰ ਤੈਨੂੰ ਜਵਾਬ ਦੇਊਗਾ ਪਹਿਲਾਂ ਉਹ। ਜੇ ਉਹਨੇ ਜਵਾਬ ਦੇਤਾ ਫੜ ਕੇ ਅੰਦਰ ਕਰ ਦਿਓ ਉਹਨੂੰ। ਤੇ ਗੁਰੂ ਪਿਆਰਿਓ, ਉਸ ਪਠਾਨ ਰਾਜੇ ਨੇ ਬੰਦੇ ਭੇਜ ਕੇ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ। ਪਹਿਲਾਂ ਪਾਤਸ਼ਾਹ ਨੇ ਜਵਾਬ ਦੇ ਦਿੱਤਾ, ਕਹਿੰਦੇ ਅਸੀਂ ਤਾਂ ਜਾਣਦੇ ਨਹੀਂ ਕੌਣ ਆ ਉਹ। ਉਹਨਾਂ ਬੰਦਿਆਂ ਨੇ ਉਵੇਂ ਜਾ ਕੇ ਦੱਸਤਾ, ਉਹ ਤਾਂ ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਕੌਣ ਹੈ। ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਉਹਨੂੰ ਕੋਈ ਕਹਦੇ ਮੈਂ ਨਹੀਂ ਤੈਨੂੰ ਜਾਣਦਾ, ਫਿਰ ਕਿੰਨਾ ਗੁੱਸਾ ਆਉਂਦਾ। ਕਹੋ ਸਤਨਾਮ ਸ੍ਰੀ। ਤੇ ਮਲਕ ਭਾਗੋ ਦੇ ਗੱਲ ਦੀ ਉੱਤੇ ਹੋਰ ਗੁਰੂ ਪਿਆਰਿਓ ਹੰਕਾਰ ਦਾ ਤੇਲ ਪੈ ਗਿਆ। ਕਹਿੰਦਾ ਵੇਖਿਆ 10-12 ਬੰਦੇ ਭੇਜੋ, 5-7 ਫੜ ਕੇ ਲਿਆਓ, ਆਈ ਨਹੀਂ ਆਉਂਦਾ। 5-7 ਬੰਦੇ ਭੇਜਤੇ, ਕਹਿੰਦੇ ਨਾਨਕ ਤੈਨੂੰ ਫੜ ਕੇ ਲੈ ਜਾਂਗੇ, ਨਹੀਂ ਨਾਲ ਚੱਲ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਫੜਨ ਵਾਲੀ ਕਿਹੜੀ ਗੱਲ ਹੈ, ਨਾਲ ਹੀ ਚੱਲ ਵੜਦੇ ਆ, ਚਲੋ। ਰਾਜੇ ਦੇ ਕੋਲ ਪਹੁੰਚੇ। ਹਾਂ ਰਾਜਾ ਸਾਹਿਬ, ਕੀ ਲੋੜ ਪੈ ਗਈ ਤੈਨੂੰ ਸਾਡੇ ਤਾਈਂ? ਹੁਣ ਜੇ ਤਾਂ ਸਿਆਣੇ ਬੰਦੇ ਦਾ ਸਮਝਾਇਆ ਹੁੰਦਾ, ਰਾਜਾ ਤਾਂ ਨਿਮਰਤਾ ਨਾਲ ਗੱਲ ਕਰਦਾ। ਸਮਝਾਇਆ ਸੀ ਹੰਕਾਰੀ ਬੰਦੇ ਦਾ। ਰਾਜਾ ਕਹਿੰਦਾ ਗੱਲ ਸੁਣ ਲਾ ਤੱਪੇ, ਮੇਰਾ ਮੁੰਡਾ ਬਿਮਾਰ ਪਿਆ, ਉਹਨੂੰ ਠੀਕ ਕਰ ਦੇ, ਨਹੀਂ ਮੈਂ ਤੈਨੂੰ ਅੰਦਰ ਕਰ ਦੂੰਗਾ। ਕਹੋ ਸਤਨਾਮ ਸੀ। ਨਹੀਂ ਮੈਂ ਤੈਨੂੰ ਜੇਲ੍ਹ 'ਚ ਕਰ ਦੂੰਗਾ। ਬਾਬਾ ਜੀ ਕਹਿੰਦੇ ਰਾਜਾ ਸਾਹਿਬ, ਜਿਹੜੇ ਮੁੰਡੇ ਦੇ ਮੂੰਹ ਵਿੱਚ ਇੱਦਾਂ ਬੋਲਦਾ ਹੈ, ਪਤਾ ਮੰਗਾ ਜਿਉਂਦਾ ਵੀ ਹੈ ਕਿ ਮਰ ਗਿਆ। ਕਹੋ ਸਤਨਾਮ ਸ੍ਰੀ। ਤੇ ਜਦ ਘਰੇ ਉਸ ਨੇ ਨੌਕਰ ਭੇਜਿਆ, ਤੇ ਉਧਰੋਂ ਘਰੋਂ ਇੱਕ ਨੌਕਰ ਭੱਜਿਆ ਆਉਂਦਾ, ਰਸਤੇ 'ਚ ਇਕੱਠੇ ਹੋਏ। ਕਹਿੰਦੇ ਕਿਵੇਂ ਆ? ਕਹਿੰਦੇ ਮੁੰਡਾ ਮਰ ਗਿਆ ਰਾਜੇ ਦਾ। ਕਿਵੇਂ? ਪਤਾ ਨਹੀਂ, ਹੁਣੇ ਹੁਣੇ ਮਰ ਗਿਆ। ਸਾਧ ਜੇ ਬੋਲੇ ਸਹਿ ਸਵਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਦੋਨੇ ਵਾਪਸ ਆ ਗਏ ਰਾਜੇ ਕੋਲ। ਕਹਿੰਦੇ ਰਾਜਾ ਸਾਹਿਬ ਤੁਹਾਡਾ ਲੜਕਾ ਹੁਣੇ ਹੁਣੇ ਮਰ ਗਿਆ। ਹੁਣ ਜੇ ਪਿਆਰ ਨਾਲ ਕਹਿੰਦਾ ਤੇ ਸਤਿਗੁਰੂ ਤਾਂ ਮੁਰਦਿਆਂ ਨੂੰ ਵੀ ਜਿਉਂਦੇ ਕਰ ਸਕਦੇ ਆ। ਕਹੋ ਸਤਨਾਮ ਸ੍ਰੀ। ਤੋ ਇਸ ਕਰਕੇ ਹੰਕਾਰ ਦੀ ਜਿਹੜੀ ਪੀੜ ਹੈ ਨਾ, ਇਹ ਹਟਦੀ ਨਹੀਂ, ਬੰਦੇ ਦੇ ਅੰਦਰ ਪੈਦਾ ਹੋ ਜੇ। ਚੰਦੂ ਵੀ ਹੰਕਾਰੀ ਸੀਗਾ, ਇਹ ਵੀ ਮੰਤਰੀ ਸੀਗਾ ਜਹਾਂਗੀਰ ਦਾ। ਇਹਦੇ ਵੀ ਹੰਕਾਰ ਨੂੰ ਜਦੋਂ ਚੋਟ ਲਾਈ ਪੰਜਵੇਂ ਪਾਤਸ਼ਾਹ ਨੇ ਵੀ ਅਸੀਂ ਤੇਰੀ ਲੜਕੀ ਦਾ ਸਾਕ ਨਹੀਂ ਲੈਣਾ ਭਾਈ, ਤੂੰ ਕਿਸੇ ਅਮੀਰ ਦੇ ਨਾਲ ਮੱਥਾ ਲਾ ਲਾ, ਸਾਨੂੰ ਤਾਂ ਗਰੀਬ ਸਿੱਖਾਂ ਦੇ ਬੱਚੇ ਮਿਲ ਜਾਣਗੇ। ਕਹੋ ਸਤਨਾਮ ਸ੍ਰੀ। ਉਹਨੇ ਵੀ ਅਖੀਰ ਹੱਦ ਪਹੁੰਚਾਤੀ, ਪਰ ਉਹਦੇ ਅੰਦਰੋਂ ਹੰਕਾਰ ਦੀ ਪੀੜ ਹਟੀ ਨਹੀਂ। ਤੇ ਉਹ ਪੀੜ ਫਿਰ ਡੰਡਿਆਂ ਨਾਲ ਹਟੀ, ਛੇਵੇਂ ਪਾਤਸ਼ਾਹ ਨੇ ਹਟਾਈ। ਕਹੋ ਸਤਨਾਮ ਸ੍ਰੀ। ਨੱਥ ਮਾਰ ਕੇ ਉਸ ਦੁਸ਼ਟ ਨੂੰ। ਪਰ ਜੇ ਕੋਈ ਗੁਰੂ ਵਾਲਾ ਬਣ ਜਾਵੇ ਤੇ ਗੁਰੂ ਉਸ ਦੇ ਅੰਦਰੋਂ ਇਸ ਰੋਗ ਨੂੰ ਵੈਦਾਂ ਦੀ ਤਰ੍ਹਾਂ ਹਟਾ ਦਿੰਦਾ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਵੈਦ ਬੁਲਾਇਆ ਗਿਆ ਤੇ ਵੈਦ ਨੇ ਸਤਿਗੁਰਾਂ ਦੀ ਵਿਹੜੇ 'ਚ ਪਏ ਸੀਗੇ, ਪਲੰਘੇ ਤੇ ਚਾਦਰ ਲਈ ਆ ਉੱਤੇ, ਚਾਦਰ ਵਿੱਚੋਂ ਬਾਂਹ ਕੱਢੀ, ਬਾਹਰ ਖਿੱਚੀ, ਵੇਖਣ ਲੱਗਿਆ। ਨਵਜ ਪਾਤਸ਼ਾਹ ਨੇ ਬਾਂਹ ਛਡਾ ਲਈ। ਕਹਿੰਦੇ ਕੀ ਗੱਲ ਆ ਵੀ ਸਾਡੀ ਬਾਂਹ ਫੜੀ ਆ? ਉਹ ਕਹਿੰਦਾ ਨਾਨਕ ਮੈਂ ਦੇਖਦਾ ਤੈਨੂੰ ਕੀ ਬਿਮਾਰੀ ਹੈ, ਫਿਰ ਮੈਂ ਇਲਾਜ ਕਰਾਂਗਾ। ਉਹ ਕਹਿੰਦੇ ਜਿਹੜੀ ਬਿਮਾਰੀ ਮੈਨੂੰ ਹੈ ਉਹਦਾ ਤੇਰੇ ਕੋਈ ਇਲਾਜ ਨਹੀਂ ਤੇ ਤੂੰ ਖੁਦ ਵੀ ਬਿਮਾਰ ਹੈ। ਕਹਿੰਦਾ ਜੀ ਮੈਨੂੰ ਕਿਹੜੀ ਬਿਮਾਰੀ ਆ? ਕਹਿੰਦੇ ਦੇਖ ਝਾਤੀ ਮਾਰ ਕੇ। ਕਹਿੰਦਾ ਨਹੀਂ ਤੰਦਰੁਸਤ ਆ ਮੈਂ, ਤਾਂ ਵੈਦ ਹਾਂ, ਟੌਣ ਖਾਂਦਾ ਹੀ ਰਹਿੰਦੇ ਆ ਵੈਦ ਤਾਂ ਲਗਭਗ, ਕਦੇ ਚਵਨਪ੍ਰਾਸ਼ ਖਾ ਲਿਆ, ਕਦੇ ਕੁਛ ਖਾ ਲਿਆ। ਬਾਬਾ ਜੀ ਕਹਿੰਦੇ ਉਹ ਬਿਮਾਰੀ ਨਹੀਂ, ਵੈਦ ਬੁਲਾਇਆ ਵੈਦਗੀ ਪਗਟ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ। ਜਿਹੜਾ ਨਾਨਕ ਜੀ ਨੂੰ ਦੁੱਖ ਹੈ ਉਹ ਹੈ ਸੰਸਾਰ ਦੇ ਦੁੱਖ, ਵੀ ਇਹਨੂੰ ਸੰਸਾਰ ਨੂੰ ਸਿੱਧੇ ਰਸਤੇ ਕਿਵੇਂ ਪਾਵਾਂ। ਉਹ ਤਾਂ ਸੰਸਾਰ ਦੇ ਖਿਆਲਾਂ 'ਚ ਮਸਤ ਰਹਿੰਦੇ ਆ, ਪਰਮੇਸ਼ਰ ਨਾਲ ਜੁੜੇ ਰਹਿੰਦੇ ਆ, ਦੁਨੀਆ ਨੂੰ ਸਿੱਧੇ ਰਸਤੇ ਪਾਉਣ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਆ। ਪਰ ਜਿਹੜਾ ਵੈਦ ਨੂੰ ਜਾਂ ਸਾਨੂੰ ਰੋਗ ਹੈ, ਇਹ ਰੋਗ ਸਾਨੂੰ ਸਾਰਿਆਂ ਨੂੰ ਹੀ ਹੈ। ਵੈਦ ਕਹਿੰਦਾ ਕਿਹੜਾ? ਕਹਿੰਦੇ ਇੱਕ ਤਾਂ ਤੈਨੂੰ ਤਾਪ ਚੜ੍ਹਿਆ। ਕਹਿੰਦਾ ਨਹੀਂ ਜੀ ਨਬਜ ਦੇਖ ਲਓ। ਕਹਿੰਦੇ ਇਹ ਤਾਪ ਨਹੀਂ, ਈਰਖਾ ਦਾ ਤਾਪ ਚੜ੍ਹਿਆ। ਦੂਜੇ ਵੈਦਾਂ ਨਾਲ ਈਰਖਾ ਨਹੀਂ ਕਰਦਾ ਤੂੰ। ਇੱਕ ਤੈਨੂੰ ਕਹਿੰਦੇ ਉਲਟੀਆਂ ਲੱਗੀਆਂ ਨਿੰਦਿਆ ਕਰਨ ਦੀਆਂ, ਚੁਗਲੀ ਕਰਨ ਦੀਆਂ। ਇੱਕ ਤੇਰੇ ਢਿੱਡ ਵਿੱਚ ਪੀੜ ਹੁੰਦੀ ਹੈ ਲੋਕਾਂ ਦੀ ਤਰੱਕੀ ਦੇਖ ਕੇ। ਜਦੋਂ ਇਹ ਗੱਲਾਂ ਦੱਸੀਆਂ ਤੇ ਵੈਦ ਕਹਿੰਦਾ ਜੀ ਇਹ ਤਾਂ ਫਿਰ ਸਾਰਿਆਂ ਨੂੰ ਹੀ ਹੈ, ਮੈਨੂੰ ਇਕੱਲੇ ਨੂੰ ਨਹੀਂ ਹੈਗੀਆਂ। ਬਾਬਾ ਜੀ ਕਹਿੰਦੇ ਇਹੀ ਤਾਂ ਗੱਲ ਹੈ। ਇਹਨਾਂ ਬਿਮਾਰੀਆਂ ਦਾ ਇਲਾਜ ਕਰੀਏ ਪਹਿਲਾਂ ਆਪਾਂ। ਕਹੋ ਸਤਿਨਾਮ ਸ੍ਰੀ। ਬਿਨ ਗੁਰ ਰੋਗ ਨਾ ਟੁੱਟੀ, ਹਉ ਮੈਂ ਪੀੜ ਨਾ ਜਾਏ। ਉਹ ਵੈਦ ਤਾਂ ਜਿਹੜਾ ਆਪਦੇ ਜਿਹਨੇ ਦਵਾਈ ਦੇਣ ਆਇਆ ਸੀ, ਖੁਦ ਹੀ ਬਿਮਾਰ ਦਿਸਣ ਲੱਗੇ ਆਪਣੇ ਆਪ ਨੂੰ। ਜਦੋਂ ਪਾਤਸ਼ਾਹ ਨੇ ਦੱਸਿਆ ਤੇਰੇ ਪੇਟ ਵਿੱਚ ਸੂਲ ਹੁੰਦਾ ਹੈ, ਲੋਕਾਂ ਦੀ, ਦੂਜੇ ਵੈਦਾਂ ਦੀ, ਡਾਕਟਰਾਂ ਦੀ ਤਰੱਕੀ ਦੇਖ ਕੇ ਇਸੇ ਤਰ੍ਹਾਂ ਹੀ ਤੈਨੂੰ ਈਰਖਾ ਦਾ ਤਾਪ ਚੜ੍ਹਿਆ, ਨਿੰਦਾ ਚੁਗਲੀ ਦੀਆਂ ਛਾਲੀਆਂ ਲੱਗਦੀਆਂ ਤੈਨੂੰ। ਉਹ ਵੈਦ ਕਹਿੰਦਾ ਮਹਾਰਾਜ ਇਹਦੀ ਦਵਾਈ ਵੀ ਦੱਸ ਦਿਓ ਹੁਣ। ਕਹੋ ਸਤਿਨਾਮ ਸ੍ਰੀ। ਕਹਿੰਦੇ ਦਵਾਈ ਤਾਂ ਅਲੱਗ-ਅਲੱਗ ਹੈ, ਕਈ ਤਰ੍ਹਾਂ ਦੀ ਦਵਾਈ ਹੈ। ਜਿਵੇਂ ਵੈਦਾਂ ਦਾ ਸੁਭਾਅ ਹੁੰਦਾ, ਕੋਈ ਇਹੋ ਜਿਹੀ ਪੁੜੀ ਬਣ ਜੇ ਜਿਹੜੀ ਸਾਰੀਆਂ ਬਿਮਾਰੀਆਂ ਨੂੰ ਲੱਗ ਜੇ। ਪਾਤਸ਼ਾਹ ਕਹਿੰਦੇ ਸੇਵਾ ਕਰੋ, ਸਿਮਰਨ ਕਰੋ, ਜਨਤਾ ਦਾ ਭਲਾ ਸੋਚੋ, ਆਪਣੇ ਆਪ ਨੂੰ ਦੂਜਿਆਂ ਤੋਂ ਨੀਵਾਂ ਸਮਝੋ। ਕਹਿੰਦੇ ਜੀ ਕੋਈ ਇਹੋ ਜਿਹੀ ਦਵਾਈ ਜਿਹੜੀ ਸਾਰੀਆਂ ਨੂੰ ਲੱਗ ਜੇ, ਕਹਿੰਦੇ ਉਹ ਹੈ ਸਤਸੰਗ। ਫਿਰ ਸਤਸੰਗਤ ਵਿੱਚ ਜਾ ਕੇ ਬੈਠਿਆ ਕਰੋ, ਉੱਥੇ ਸਾਰੀਆਂ ਬਿਮਾਰੀਆਂ ਦਾ ਹੱਲ ਹੀ ਹੁੰਦਾ ਹੈ। ਕਹੋ ਸਤਿਨਾਮ ਸ੍ਰੀ। ਤੋ ਇਸ ਕਰਕੇ ਜਿਹੜਾ ਹੰਕਾਰ ਦਾ ਰੋਗ ਹੈ ਸੰਸਾਰ ਨੂੰ ਲੱਗਿਆ ਹੋਇਆ, ਇਹ ਗੁਰੂ ਦੀ ਕਿਰਪਾ ਨਾਲ ਹੀ ਟੁੱਟਦਾ ਹੈ। ਕਿਵੇਂ ਟੁੱਟਦਾ ਭਲਾ? ਜਿਹੜਾ ਮਨੁੱਖ ਹੰਕਾਰੀ ਹੈ, ਗੁਰੂ ਵਾਲਾ ਨਹੀਂ ਬਣਿਆ, ਜਦੋਂ ਕੋਈ ਵੀ ਪ੍ਰਾਪਤੀ ਕਰਦਾ ਹੈ ਤਾਂ ਉਹਦੇ ਹੰਕਾਰ ਨੂੰ ਹੋਰ ਪੱਠੇ ਪੈਂਦੇ ਆ, ਵੱਧ ਜਾਂਦੇ ਆ। ਆਹ ਵੇਖੋ ਮੈਂ ਐਂ ਕਰਤਾ, ਤੁਹਾਨੂੰ ਕੀ ਪਤਾ, ਵੇਖੋ ਮੈਂ ਕੰਮ ਕਰਕੇ ਕਿੰਨੀਆਂ ਕੋਠੀਆਂ ਪਾਤੀਆਂ, ਸਾਡੇ ਬੁੜਿਆਂ ਨੇ ਕੀ ਕੀਤਾ, ਮੈਂ ਮਿਹਨਤ ਕੀਤੀ, ਜੇ ਉਹ ਹੰਕਾਰ ਨੂੰ ਪੱਠੇ ਪੈ ਗਏ। ਪਰ ਜੇ ਗੁਰੂ ਵਾਲਾ ਹੋਵੇ ਫਿਰ ਹਰ ਗੱਲ 'ਤੇ ਕਹੂਗਾ ਇਹ ਗੁਰੂ ਦੀ ਕਿਰਪਾ ਹੋਈ। ਦੇਖੋ ਗੱਲ ਤਾਂ ਉਹੀ ਦੱਸੀ ਗਈ ਨਾ, ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਰਾ ਪਸਾਰਾ ਹੋਇਆ, ਵਾਧਾ ਹੋਇਆ, ਹੰਕਾਰ ਵੀ ਨਹੀਂ ਆਇਆ ਤੇ ਗੱਲ ਵੀ ਕੀਤੀ ਗਈ। 10ਵੇਂ ਪਾਤਸ਼ਾਹ ਜੀ ਵੀ ਜੰਗ ਜਿੱਤ ਕੇ ਆਏ ਨਾ, ਤੇ ਜੰਗ ਜਿੱਤ ਕੇ ਆ ਕੇ ਪੌਂਟਾ ਸਾਹਿਬ ਦਾ, ਭੰਗਾਣੀ ਦਾ ਜੰਗ ਜਿੱਤ ਕੇ ਆ ਕੇ ਕੀ ਕਹਿੰਦੇ ਐ? ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ। ਇਹ ਗੁਰੂ ਵਾਲੇ ਦਾ ਵਰਣਨ ਹੈ ਤੇ ਹੰਕਾਰੀ ਦੀ ਵਰਣਨ ਹੈ ਮੈਂ ਕਰ ਲਿਆ, ਜੇ ਮੈਂ ਨਾ ਐ ਕਰਦਾ ਐਂ ਨਹੀਂ ਹੋਣਾ ਸੀ। ਕਹੋ ਸਤਿਨਾਮ ਸੀ। ਬਸ ਇੰਨਾ ਹੀ ਫਰਕ ਹੈ। ਜਦੋਂ ਮੇਰਾ ਗੁਰੂ ਵਾਲਾ ਬਣਦਾ ਹੈ ਤਾਂ ਜਦੋਂ ਕਿਸੇ ਨੂੰ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਹੈ, ਇਹ ਖਾਲਸਾ ਵੀ ਵਾਹਿਗੁਰੂ ਦਾ ਹੈ। ਜੋ ਇਹਨੇ ਪ੍ਰਾਪਤੀ ਕੀਤੀ, ਜੋ ਜਿੱਤ ਪ੍ਰਾਪਤ ਕੀਤੀ, ਜੋ ਵੀ ਇਸ ਨੂੰ ਤਰੱਕੀ ਹੋਈ, ਇਹ ਵੀ ਪਰਮੇਸ਼ਰ ਦੀ ਹੈ। ਕਹੋ ਸਤਿਨਾਮ ਸ੍ਰੀ। ਇਹ ਵੀ ਵਾਹਿਗੁਰੂ ਦੀ ਹੈ, ਫਤਿਹ ਵੀ ਉਹਦੀ ਹੈ, ਸਿੱਖ ਵੀ ਉਹਦਾ ਹੈ। ਪ੍ਰੀਤਮ ਜੀ ਕਹਿੰਦੇ ਬਿਨ ਗੁਰ ਰੋਗ ਨ ਟੁੱਟੀ, ਹਉਮੈ ਪੀੜ ਨ ਜਾਏ।
गुर प्रसादी मन वसै नामै रहे समाए। ते इस रोग नूं तोड़न दा इक्को एक इलाज है नाम। जिवें बीमारी का इलाज दवाई है, ਜਾਂ दवाई अंदर चली गई, जे सही दवाई चली गई तो बीमारी बाहर। इस तरह हਉਮੈ नावै नाल विरोध है। नाम का ते हंकार का दोनों का यह भी दवाई ते बीमारी वर्गी है। कहो सतनाम श्री। नाम दवाई है ते हਉਮੈ बीमारी है। जे अंदर नाम बस गया तो मुड़ के बीमारी नहीं आऊगी, तो जे नाम ना वसिया तो बीमारी का गलबा पै जाना, जोर पै जाना। प्रीतम जी कहते गुर प्रसादी मन वसै नामै रहै समाए। गुरु की कृपा लै करके गुरु तो शब्द लो, तो शब्द सानू गुरु ही दिंदा है। ये अथॉरिटी सतगुरां ने पंज प्यारिਆਂ ਨੂੰ ਦਿੱਤੀ ਹੋਈ है। ਜਦੋਂ ਅਸੀਂ पंज प्यारिਆਂ ਕੋਲੋਂ नाम की दात लैके अपने हिरदे विच रखते हैं गोली की तरह, ये तो है नहीं भी दवाई ली तो आले च रखती बीमारी हट जाएगी। दवाई उत्थे सिटनी पो जिथे बीमारी है। इस तरह ही नाम जिहड़ा है ये नहीं हैगा भी असी अमृत छक लिया तो काम निबड़िया। निबड़िया नहीं, दाखला लिया हजे। कहो सतनाम श्री। पंज प्यारिਆਂ कोलों अमृत की दात लैके असी गुरु नानक दे स्कूल विच दाखला लिया। पढ़ाई तो अगे करनी है अजे आपां। इस करके जिमें जिमें सिमरन करते जावांगे तिवें तिवें बीमारियां खत्म होंदियां जाणगियां हौली हौली अंदरों। प्रीतम जी कई बारी इहो जिहियां घटनावां करामातां राही भी दिखाउंदे आ। ਉਹ ਹੁੰਦੀ है इस करके कि दूजी जनता नूं पता लग जे नाम च किन्नी ताकत है। जिस तरह मेरे प्रीतम जी यात्रा करते हुए एक इलाके च पहुँचे, एक नगर दे विच रुके तो नगर निवासी कहते बाबा गांह जा साडे बार च ना बैठ। पिंड वालियां ने उन्होंने किते रुकण नहीं दिता। बाबा जी पिंडों बाहर निकल के खेतों वाल आ गए। वो गांह एक झोंपड़ी है। मरदाने नूं कहने मरदाने झोंपड़ी च देख के आ कौन आ, उन्होंने पुछ तेरे कोले रात कट लगी असी। जा मरदाना उत्थे गया तो बंदा बिलकी जांदा, शरीर ते कोहड़ है, पानी झारा वगदा है। गुरु प्यारिओ मरदाना कहना भाई साहब रात कटनी सी, तेरे कोले कट लीए। कहना मेरे को तो पशु भी नहीं खड़ते, वो भी मेरिया प्रलाप सुन के चीकां सुन के भज जाते हैं, पंछी भी उड़ जाते हैं। तुसी मेरे को कहते असी रात कटनी है इत्थे, साडा मालक कहना। कहते कट लो भाई। बाबा जी वो बार में जा बैठे बाहर झोंपड़ी दे। मरदाने नूं कहंदे हुण रबाब बजा। आए तो इसे वास्ते सीगे, भला इहदा करना सीगा। मरदाना जी ने रबाब बजाई तो पातशाह जी ने शब्द गाया, जय तन बाणी विसर जाए, ज्यों पक्का रोगी बिल लाए। बहुता बोलन झखन होए, बिन बोले जाने सब सोए। जिन कन कीते अखी नाक, जिन जेहवा दिती बोले तात। जिन मन राखिया अग्नि पाए, मां दे पेट विच अग विच रखिया इसनूं। जिन मन राखिया अग्नि पाए, वाजै पवन आखै सब जाए। जेता मोह प्रीत स्वाद, ऐसे परमेश्वर नूं भुला के बंदा जीव दे स्वादां ते मोह ममता विच फस गया। सभा कालख दागा दाग, ते दुनिया विचों कालस ही लैके चले। जन्म जन्म की इस मन को मल लागी, काला हुआ श्याह। सभा कालख दागा दाग, दाग दोष चलिया मोह लाए। दरगह बैसण नाही थाए, दरगह बैसण नाही जाए। फिर की करिए महाराज, कहते डुब जो। काह च डुब जाइए? गुरु के बचना विच गुर प्रसादी मन वसे नामै रहे समाए। डुब जो, डुबना। जे को डूबै फिर होवे सार। जे कोई गुरु के बचना विच डुब जावे फिर उसनूं ज्ञान होवेगा। सार हुंदा तत। जिवें बीबी मधानी नूं दही विच डबो के रिड़कदी है ते अखीर तत की निकलदा है? घ्यो, जो दुध का तत है। कहो सतनाम श्री। सिखा जे तू गुरु के बचना विच डुब जावे, गुरबाणी नाल जुड़ जावे। जे को डूबै फिर होवे सार, नानक साचा सर्ब दा तार। जदों ये शब्द पूरा करके पातशाह ने बंद करता, रबाब बंद हो गई।
वो कोड़ी कहना जी बंद क्यों करता? जिंदगी विच अज पहली दिन शांति आई सी मैनू। को सतनाम श्री। बाबा जी कहते पहला याद नहीं सी तेरे यह काम? कहना जी कित्थे, मैं अमीर घर का बच्चा, घरे पैसा वाधू, नशे खा खा के शराबा पी पी के अकोड़ हो गया। उदों कोड़ का इलाज कोई नहीं सी। को सतनाम श्री। गर्म चीज़ां ना शराबा गर्म, कई तो गर्म लहंदी लहंदी निकलती गर्म गर्म शराब पी जाते हैं। वैसी गर्म तत्त ये चीज़ां जो खाधियां तो अंदरों फटारा पैदा करता, चमड़ी फट गई। तो गुरु प्यारिओ कहंदा महाराज जिंदगी विच कोई चज दा काम नहीं कीता, पैसा वाधू सीगा, शराबां खाधी पीतियां, नशे खाधे, कोड़ हो गया ते घरदियां ने घरों बाहर कढ़ता। अज तुसी आ की गाया, कुछ शांति आई सी, फिर गाओ। ते पातशाह जी ने उस ते कृपा की, उसनूं तंदुरुस्त कर दिता ते गाहां तो बाणी पढ़न लई हुक्म दिता। उसनूं परिवार नूं पता लग्या अपना मुंडा ठीक हो गया, लैन आ गए, कहंदे आ जा पुत्त घरे चलीए। कहंदे ओही पुत्तां जी नूं कोड़ करके बाहर कढ़ता सीगा। उदों आपदे वास्ते भी सानूं ना किते कोड़ हो जे, हुण तां मैं बापू दा ही हाँ। को सतनाम जी ने कृपा कीती आ। तो इस करके बिन गुर रोग न टुटई। एक हंकार दा रोग है, एक ये बीमारियां। ये बीमारियां सारियां जिन्नियां भी शरीर च पैदा हुंदियां दिसन वालियां, ताप सरवा खंघ जुखाम जो कुछ भी पैदा हुंदा है, इहदा जिहड़ा बैकग्राउंड है वो हंकार है। हंकार दे विचों चार होर निकलदे आ, काम क्रोध लोभ ते मोह। इउं पंजे तने रल के शरीर दे विच पत्तियां वांगू बेअंत बीमारियां पैदा करदे है। ते गुरु जिहड़ा है थल्लियों जड़ वढ़दा है हंकार दी। को सतनाम श्री। जद हंकार कट्टिया गया, क्रोध भी खत्म हो गया। हंकार दे कारण ही क्रोध आया। क्रोध विच आके लड़ाई कर ली। हाँ हाँ तू किवें मेरा थां नपेगा, डांग मारी, कही मारी, गंडासा मारिया। बस फिर दुख पैदा हो गए, जेलों में तुर गए दोनों जने। को सतनाम। एक मर गया, दूजा जेल च वड़ गया। ये भी हंकार का कारण ही है। तो इस करके पातशाह जी कहते जदों हंकार वड्डिया गया तो क्रोध भी वड्डिया गया। हंकार वड्डिया गया तो काम भी खत्म हो गया। को सतनाम श्री। जब हंकार खत्म होया तो मोह भी खत्म हो गया, लोभ भी खत्म हो गया। ये हंकार दे विचों सब कुछ निकलिया। प्रीतम जी कहते बिन गुर रोग न टुटई, हौमै पीड़ न जाए, गुर प्रसादी मन वसै, नामै रह समाए। हंकार हो गया सत्ते बलवंडे होरां नूं। को सतनाम श्री। उत्थे तो उन्होंने हजे कोई गर्म चीज़ नहीं सी खाधी, चंगे भले कीर्तन करते सीगे। पर जिदन उन्होंने कीर्तन का हंकार हो गया तो गुरु कोल आए नहीं कीर्तन करन। संगत उड़ीकदी रही, पातशाह ने सदे भेजे, दो तीन नहीं आए। अखीर खुद पातशाह चले गए। गुरबाणी का सत्कार करते हुए सिखो आके कीर्तन करो। क्या निक्की जी गल लैके बह गए, लड़की का विआह कर देंगे, बहुत वधिया करांगे। को सतनाम श्री। कहते हुण पता लग्या ना साडी लोड़ दा, जे असी कीर्तन करते हैं ताइयों लोग आउंदे आ, नहीं तो बाबे नानक नूं कौन जाणदा सीगा। जे मरदाना रबाब वजाउंदा सी ते लोग इकट्ठे हुंदे सी। को सतनाम श्री। बस फिर इत्थों जदों चले पहले चारां गुरुआं दी निंदिया करती उन्होंने। को सतनाम श्री। पंजवें पातशाह कहे तुसीं फिट गए हो, हुण बस हुण तुहाडी लोड़ नहीं रही सानू, तुसीं फिट गए हो। तुसीं वड्डियां दी निंदिया नहीं सी करनी, मैनू जो मर्जी कह लेंदे, पर तुसीं तां गुरु रामदास पिता जी नूं कह दिता, गुरु नानक पातशाह जी नूं कह दिता, तुसीं फिट गए हो। बस उन्हां बचनां दा सदका थोड़े ही समय दे विच उन्हां दे हत्थां पैरां ते पानी झारा चालू हो गया। को सतनाम श्री। खून पानी वगन लग्या, खुर कोई ते फिर इलाज भी कीते होणगे, खुरक दीयां दवाइयां भी लईआं होणगीਆਂ, पर कित्थे हटे। इहनूं कहंदे आ ਉਹ रोग जिहड़ा गुरु की मर्जी तो बगैर हटदा नहीं। हुण को सतनाम श्री। ध्यान करो, एक दुख रोग लगे तन धाए, वैद ना भोले दारू लाए। ये वो रोग है
ਜਿਹੜਾ 4 ਦੁੱਖਾਂ ਚੋਂ ਇੱਕ ਦੁੱਖ ਵੱਡਾ ਹੈ। ਤੇ ਇਹਨਾਂ ਫਿਰ ਸੱਤੇ ਬਲਵੰਡੇ ਹੋਰਾਂ ਨੇ ਬੜਾ ਜ਼ੋਰ ਲਾਇਆ ਤੇ ਆ ਕੇ ਪਾਤਸ਼ਾਹ ਨੇ ਦਾਤ ਸੰਗਤ ਨੂੰ ਬਖਸ਼ਦੀ। ਕਹਿੰਦੇ ਚਲੋ ਵੀ 3 ਜਣੇ ਉੱਠ ਕੇ ਕੀਰਤਨ ਕਰੋ ਬੈਠ ਕੇ ਸਟੇਜ ਤੇ। ਔਰ ਹੁਕਮ ਮੰਨ ਕੇ ਸੰਗਤਾਂ ਵਿੱਚੋਂ 3 ਸਿੱਖ ਬੈਠੇ, ਸਾਜ ਫੜੇ ਤੇ ਕੀਰਤਨ ਸ਼ੁਰੂ ਕਰ ਦਿੱਤਾ। ਵਧੀਆ ਕੀਰਤਨ ਹੋਇਆ। ਸਮਾਪਤੀ ਤੇ ਕਹਿੰਦੇ ਸੱਤਾ ਬਲਵੰਡਾ ਫਿੱਟ ਗਏ, ਉਹਨਾਂ ਨੂੰ ਮੱਥੇ ਨਹੀਂ ਲਾਉਣਾ ਤੇ ਮੇਰੇ ਕੋਲੇ ਵੀ ਨਹੀਂ ਲੈ ਕੇ ਆਉਣਾ। ਕਹੋ ਸਤਨਾਮ ਸ੍ਰੀ। ਹੁਣ ਗੁਰੂ ਪਿਆਰਿਓ ਜਦੋਂ ਬਿਮਾਰੀ ਵੱਧ ਗਈ, ਖੁਰਕ ਜੀ ਹੋਈ ਤੇ ਫਿਰ ਜ਼ਿਆਦਾ ਜ਼ਖਮ ਹੋ ਗਏ, ਇਲਾਜ ਨਹੀਂ ਹੁੰਦਾ। ਅਖੀਰ ਉਹਨਾਂ ਨੂੰ ਅਕਲ ਆਈ ਬਈ ਹੁਣ ਜਿੰਨਾ ਚਿਰ ਗੁਰੂ ਆਗਿਆ ਦਿੰਦਾ ਉਹਨਾਂ ਚਿਰ ਬੰਦ ਨਹੀਂ ਹੁੰਦੇ। ਕਹੋ ਸਤਨਾਮ ਸ੍ਰੀ। ਫਿਰ ਸਿੱਖਾਂ ਕੋਲੇ ਭੱਜਦੇ ਆ ਵੀ ਸਾਨੂੰ ਮਿਲਾ ਦਿਓ ਗੁਰੂ ਸਾਹਿਬ ਨਾਲ। ਸਿੱਖ ਕਹਿੰਦੇ ਪਹਿਲੀ ਗੱਲ ਤਾਂ ਝਾਕਦੇ ਨਹੀਂ ਉਹਨਾਂ ਕੰਨੀ, ਨਹੀਂ ਤਾਂ ਕਹਿੰਦੇ ਆ ਭਰਾਵਾ ਜਾ ਗੁਰੂ ਸਾਹਿਬ ਦਾ ਫਟਕਾਰਿਆ ਹੋਇਆ ਹੈ। ਜੋ ਗੁਰੂ ਫਿਟ ਕੇ ਸੇ ਸਭ ਜਗਤ ਫਿਟ ਕੇ। ਕਹੋ ਸਤਨਾਮ ਸ੍ਰੀ। ਸਿੱਖਾਂ ਨੇ ਫਟਕਾਰ ਦਿੱਤੇ, ਕੋਈ ਉਹਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਅਗਲਾ ਕਹਿੰਦਾ ਸਾਨੂੰ ਬਿਮਾਰੀ ਹੋ ਜੂ, ਜਾ ਪਰੇ ਜਾ ਤੂੰ। ਅਖੀਰ ਲਾਹੌਰ ਪਹੁੰਚੇ ਲੱਧਾ, ਸਿੱਖ ਹੈ ਪਾਤਸ਼ਾਹ ਦਾ, ਮਸ਼ਹੂਰ ਹੈ ਪਰਉਪਕਾਰੀ ਲੱਧਾ। ਆਪਣਾ ਬਿਗਾੜ ਬਰਾਨਾ ਸਾਂਢੇ ਉਹਨੂੰ ਕਹਿੰਦੇ ਜਦ ਸਾਨੂੰ ਮਿਲਾ ਦੇ ਗੁਰੂ ਸਾਹਿਬ ਨਾਲ, ਅਸੀਂ ਮਰ ਜਾਵਾਂਗੇ ਇੱਦਾਂ ਹੀ ਤੜਫਦੇ। ਉਹ ਲੈ ਕਹਿਣ ਲੱਗਿਆ ਗੁਰੂ ਦਾ ਹੁਕਮ ਪਤਾ ਕੀ ਆ, ਜਿਹੜਾ ਇਹਨਾਂ ਨੂੰ ਮੇਰੇ ਕੋਲ ਲੈ ਕੇ ਆਇਆ ਮੈਂ ਉਹਦਾ ਮੂੰਹ ਕਾਲਾ ਕਰਕੇ ਦੁਨੀਆ 'ਚ ਘੁਮਾ ਦੂੰਗਾ। ਇਹਨਾਂ ਨੂੰ ਲੈ ਕੇ ਨਾ ਆਇਓ। ਭਰਾਵਾ ਜਿਵੇਂ ਮਰਜ਼ੀ ਕਰ, ਸਾਨੂੰ ਬਖਸ਼ਾ ਦੇ ਇੱਕ ਵਾਰੀ। ਲੱਧੇ ਨੂੰ ਤਰਸ ਆਇਆ, ਉਹਨੇ ਆਪਣੇ ਹੀ ਤਵੇ ਤੋਂ ਆਪਣਾ ਮੂੰਹ ਕਾਲਾ ਕੀਤਾ। ਫਿਰ ਅੰਮ੍ਰਿਤਸਰ ਆਇਆ, ਕਿਸੇ ਘੁਮਿਆਰ ਦਾ ਗਧਾ ਲੈ ਕੇ ਸਾਰੇ ਸ਼ਹਿਰ ਦੇ ਵਿੱਚ ਗੇੜਾ ਦੇਤਾ। ਕਹੋ ਸਤਨਾਮ ਸੀ। ਪਾਤਸ਼ਾਹ ਦਾ ਬਚਨ ਪੂਰਾ ਕਰਨਾ ਸੀਗਾ। ਪਿੱਛੇ ਸੱਤਾ ਬਲਵੰਡਾ, ਪਿੱਛੇ ਜਵਾਕ ਚਾਂਹ ਪਏ ਹੋਏ, ਰੌਲਾ ਪੈਂਦਾ ਤੁਰਿਆ ਜਾ ਰਿਹਾ ਹੈ। ਤੇ ਸ਼ਹਿਰ 'ਚ ਘੁੰਮ ਘੰਮ ਕੇ ਸਾਰੇ 'ਚ ਤੇ ਆ ਗਏ ਹਰਿਮੰਦਰ ਸਾਹਿਬ ਦੇ ਨੇੜੇ। ਉਦੋਂ ਬਾਹਰਲੀਆਂ ਪ੍ਰਕਰਮਾਂ ਬਿਲਡਿੰਗਾਂ ਬਹੁਤ ਘੱਟ ਸੀਗੀਆਂ, ਹੈ ਨਹੀਂ ਸੀ। ਹਰਿਮੰਦਰ ਸਾਹਿਬ ਦੇ ਕੋਲ ਸਤਸੰਗ ਹੋ ਰਹੀ ਹੈ, ਉਹ ਉੱਥੋਂ ਰੌਲਾ ਪੈਂਦਾ ਸੁਣਿਆ। ਪਾਤਸ਼ਾਹ ਕਹਿੰਦੇ ਰੌਲਾ ਕਾਹਦਾ ਹੈ? 2 ਸਿੱਖ ਵੇਖਣ ਗਏ, ਆ ਕੇ ਕਹਿੰਦੇ ਜੀ ਲੱਧਾ ਹੈ। ਲੱਧਾ? ਹਾਂ ਮਹਾਰਾਜ, ਸੱਤੇ ਬਲਵੰਡੇ ਨੂੰ ਲੈ ਕੇ ਆਇਆ। ਪਰ ਰੌਲਾ ਕਾਹਦਾ? ਕਹਿੰਦੇ ਪਿੱਛੇ ਜਵਾਕ ਲੱਗੇ ਹੋਇਆ, ਗਧੇ ਤੇ ਬੈਠਾ, ਮੂੰਹ ਕਾਲਾ ਕੀਤਾ, ਚਾਹ ਪਏ ਹੋਏ ਜਵਾਕ। ਕਹਿੰਦੇ ਓਹੋ ਉਹਨੇ ਐਂ ਕਿਉਂ ਕੀਤਾ? ਜਾਓ ਉਹਨੂੰ ਲੈ ਕੇ ਆਓ। ਫਿਰ ਸਿੱਖਾਂ ਨੂੰ ਭੇਜਿਆ, ਲੈ ਕੇ ਆਂਦੇ ਅੰਦਰ। ਪਾਤਸ਼ਾਹ ਦੇ ਸਾਹਮਣੇ ਆ ਗਿਆ। ਪਾਤਸ਼ਾਹ ਕਹਿੰਦੇ ਲੱਧੇ ਆ ਕੀ ਕੀਤਾ ਤੂੰ? ਤੁਹਾਡਾ ਹੁਕਮ ਵਜਾਇਆ ਮਹਾਰਾਜ, ਤੁਹਾਨੂੰ ਕਰਨਾ ਪੈਣਾ ਸੀ, ਮੈਂ ਪਹਿਲੇ ਕਰਤਾ। ਕਹੋ ਸਤਨਾਮ। ਕੋਈ ਹੋਰ ਸਜ਼ਾ ਦੇਣੀ ਹੈ ਤਾਂ ਉਹ ਵੀ ਮੈਨੂੰ ਦੇ ਦਿਓ, ਇਹਨਾਂ ਨੂੰ ਬਖਸ਼ ਦਿਓ। ਕਹੋ ਸਤਨਾਮ ਸ੍ਰੀ। ਜਾਂ ਪਹਿਲਾਂ ਮੂੰਹ ਧੋ ਕੇ ਆ, ਉੱਥੇ ਸਰੋਵਰ ਤੇ ਹੱਥ ਮੂੰਹ ਧੋ ਕੇ ਆਇਆ। ਕਹਿੰਦਾ ਜੀ ਬਖਸ਼ ਦਿਓ, ਤੁਹਾਡੇ ਬੱਚੇ ਆ, ਫਿਰ ਵੀ ਅਣਕ ਬਾਹਰ ਝਿੜਕੇ ਬਹੁ ਭਾਂਤੀ ਬਹੁਤ ਪਿਤਾ ਗੱਲ ਆਵੇ, ਸੋਡੇ ਹੀ ਬਚਨ। ਕਹਿੰਦੇ ਵੀ ਜਿਹੜੇ ਮੂੰਹ ਨਾਲ ਨਿੰਦਿਆ ਕੀਤੀ ਆ ਉਸ ਮੂੰਹ ਨਾਲ ਸਿਫਤ ਕਰਨਗੇ ਤਾਂ ਬਖਸ਼ੇ ਜਾਣਗੇ ਹੁਣੇ। ਕਹੋ ਸਤਨਾਮ ਸ੍ਰੀ। ਉਹ ਕਹਿੰਦੇ ਜੀ ਸਾਨੂੰ ਸਭ ਕੁਝ ਭੁੱਲ ਗਿਆ। ਗੁਰੂ ਚਾਹੇ ਤਾਂ ਭੁਲਾ ਦਿੰਦਾ ਸਭ ਕੁਝ, ਇਹ ਸਭ ਕੁਝ ਉਹਦੀ ਮਰਜ਼ੀ ਨਾਲ ਹੀ ਆ ਰਿਹਾ ਹੈ। ਉਹ ਚਾਹੇ ਤਾਂ ਸੁੱਚ ਕਿੱਥੋਂ ਬੰਦ ਕਰ ਦੇਵੇ, ਫਿਰ ਕੁਛ ਨਹੀਂ ਔੜਦਾ ਬੰਦੇ ਨੂੰ। ਕਹੋ ਸਤਨਾਮ ਸ੍ਰੀ। ਜੈਦੇਵ ਨੂੰ ਹੰਕਾਰ ਹੋ ਗਿਆ, ਮੈਂ ਗੋਬਿੰਦ ਗੀਤ ਗ੍ਰੰਥ ਲਿਖਿਆ ਹੈ, ਉਹਦੀ ਸਮਾਪਤੀ ਨਹੀਂ ਔੜੀ ਉਸ ਨੂੰ ਜਿੰਨਾ ਚਿਰ ਗੁਰੂ ਦੀ ਮਰਜ਼ੀ ਨਹੀਂ ਹੋਈ। ਕਹੋ ਸਤਨਾਮ ਸ੍ਰੀ। ਫਿਰ ਉਹ ਕਹਿੰਦੇ ਜੀ ਸਾਨੂੰ ਕਰਨੀ ਨਹੀਂ ਆਉਂਦੀ ਸਿਫਤ। ਫਿਰ ਪਾਤਸ਼ਾਹ ਕਹਿੰਦੇ ਐਦਾਂ ਕਰੋ, ਫਿਰ ਰਾਮ ਕਲੀ ਕੀ ਵਾਰ ਪਹਿਲਾ ਸਿਫਤ 5ਵੇਂ ਪਾਤਸ਼ਾਹ ਨੇ ਕੀਤੀ, ਬਾਬੇ ਨਾਨਕ ਤੋਂ ਸ਼ੁਰੂ ਕਰਕੇ 4ਥੇ ਪਾਤਸ਼ਾਹ ਤੱਕ। ਫਿਰ ਸੱਤੇ ਬਲਵੰਡੇ ਨੂੰ ਕਿਹਾ ਐਦਾਂ ਕਰੋ, ਕਿਰਪਾ ਵੀ ਆਪ ਹੀ ਕਰਨ ਵਾਲਾ, ਕਰੇ ਕਰਾਵੇ ਆਪੇ ਆਪ ਵਾਲੀ ਗੱਲ ਆ। ਫਿਰ ਸੱਤੇ ਬਲਵੰਡੇ ਨੇ ਜਿਵੇਂ ਜਿਵੇਂ ਸਿਫਤ ਕੀਤੀ, ਬਿਨ ਗੁਰ ਰੋਗ ਨਾ ਟੁੱਟਈ। ਗੁਰੂ ਦੀ ਸਿਫਤ ਕਰਕੇ ਫਿਰ ਬਿਮਾਰੀ ਉਹਨਾਂ ਦੀ ਖਤਮ ਹੋਈ। ਫਿਰ ਤਾਂ ਛਾਲੇ ਵੀ ਖਤਮ ਹੋ ਗਏ, ਜ਼ਖਮ ਵੀ ਖਤਮ ਹੋ ਗਏ। ਜਦੋਂ ਹੰਕਾਰ ਖਤਮ ਹੋ ਗਿਆ, ਅੰਦਰੋਂ ਜੜ ਵੱਢੀ ਗਈ, ਬਾਹਰੋਂ ਪੱਤੇ ਆਪੇ ਸੁੱਕ ਜਾਂਦੇ ਆ। ਕਹੋ ਸਤਨਾਮ ਸ੍ਰੀ। ਪਾਤਸ਼ਾਹ ਨੇ ਕਿਰਪਾ ਕੀਤੀ, ਗੁਰ ਪ੍ਰਸਾਦੀ ਮਨ ਵਸੇ, ਨਾਮੈ ਰਹੇ ਸਮਾਏ। ਗੁਰ ਸ਼ਬਦੀ ਹਰ ਪਾਈਐ, ਬਿਨ ਸ਼ਬਦੈ ਭਰਮ ਭੁਲਾਏ। ਜਿੰਨਾ ਚਿਰ ਗੁਰੂ ਸ਼ਬਦ ਨਾਲ ਨਹੀਂ ਜੁੜਦਾ ਉਹਨਾਂ ਚਿਰ ਸੱਤੇ ਬਲਵੰਡੇ ਵਾਂਗੂ ਭਟਕਦਾ ਰਹੂਗਾ। ਕਹੋ ਸਤਨਾਮ ਸ੍ਰੀ। ਸਾਡੀ ਸਾਰਿਆਂ ਦੀ ਗੱਲ ਹੈ ਇਹ।
प्रथाए साखी महापुरख बोलदे सांझी सगल जहान है। मन रे निज कर वासा होए, आ अपने घरे चलीए मना, क्यों भटकदा फिरदा थां थां ते, किवें चलेगा भला। सुरत नूं शब्द नाल जोड़ के, राम नाम सा लाहे तू फिर आवन जान न होए, सिफत करया कर, राम दे नाम दी सिफत सलाह करया कर। वाहिगुरु वाहिगुरु बाजिद विच आके, प्यार च आके, कदे प्रेम च आदे, कदे रो के, कदे विराग च आके क्या कर, वाहिगुरु 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 ओदी सिफत सलाह करया कर। राम नाम सलाहे तो फिर आवन जान ना होए रहाओ। ये दुख ते सुख देण वाला इक्को ही है, बहुते नहीं हैगे। जिहड़ा दिंदा है ओहो ही हटा सकदा है। जेल दे विच कैदियां नूं जेल विच जेलर पा सकदे है, सिपाही पा सकदे है, पर कड्ढण वाला तां जज है। कहो सतनाम श्री, वो फैसला सुन के कड्ढूगा, वरना जिन्हां सिपाहियां ने जेलां च पाया वो कढ नहीं सकते। कहो सतनाम श्री। इस करके दुख जिहड़े सानू आए न, इन्हां पंजां विकारां दे कारण, इन्हां दुखां नूं देण वाला ते हटाउण वाला एक परमेश्वर है। हर इक्को दाता वरतदा, दूजा अवर न कोए, शब्द सलाही मन वसै। ते जिथे वो आके वस गया, फिर उठ वंजो किल वेखो करता कर आया। दुखां दा कारण पाप है, भाव कर्म, पाप कर्म, माड़े कर्म। माड़े कर्मां दा कारण जिहड़ा है वो दुख है। पापो पाप कमावदे, पिछले भगत विच शब्द पढ़िया सी कल आपां, पापो पाप कमावदे, पापै पचे पचाए। फिर पापां दे विच ही खत्म हो जाते हैं, पच जाते हैं। जिवें चंदू पच गया, किड्डे वड्डे पाप कीते, उन्हां पापां दे विच ही खत्म हो गया। हो जुत्तियां खांदा खांदा। को सतनाम श्री। इस करके पापो पाप कमावदे, पापै पचे पचाए। गुरु याद नहीं आउंदा, गुरु नज़र नहीं आउंदा। सो प्रभ नज़र न आवे, मनमुख बूझ न पाए। ये तां जिहनूं वो विखावे उसे नूं दिसदा है। संगतां नूं गुरु गुरु अर्जन साहब दिसदे है, पर चंदू नूं आपदा दुश्मन दिसदा है। को सतनाम श्री। उहनूं गुरु विचों गुरु नहीं दिसिया गया। उसे गुरु दे सिर ते उपर गर्म रेता पाउंदा है, उहनूं तवी ते बिठाउंदा धक्के दे नाल। क्यों? क्योंकि हंकार दा पर्दा अखां ते पिया सीगा। हंकार दुख दे रहा सी उसनूं, उहदे हंकार ते चोट वज गई। ते हंकार च कहा भी तो आप ही सी ना उसने, ओए जा यार तुसीं तां चवारे दी इट मोरी चलाए। गुरु घर नूं मोरी दिसदा सीगा ते आपदा घर चवारा दिसदा सी। कहो सतनाम। गुरु साहब दा कुछ नहीं कीता, उहदे कर्म दा फल ही उहनूं दित्ता है। बई तू मित्रा आपदी चवारे वाल नाल वाह पाला, सानू तां कोई मोरी वांगू गरीब सिख ही ठीक है। कहो सतनाम श्री। सानू तां नीवें ठीक है, तू उच्चिया नाल वाह पाला। तो इस करके उन्हें अपने कर्म का फल ही भोगिया है। गुरु साहब किसी नूं दुख नहीं देंदे, किसी नूं सुख नहीं देंदे। कहो सतनाम श्री। पापो पाप कमावदे। प्रीतम जी कहते, हर इक्को दाता वरतदा, दूजा अवर न कोए। जे बंदा गलतियां करके माफ़ी मंग लवे, पश्चाताप कर लवे तो बख्श दिंदा है। उठ वंजो किल वेखो करता घर आया। जदों हिरदे विचों वस गया, फिर पाप भज जाते हैं, दुख खत्म हो जाते हैं। जिवें सत्ते होरां ने जख्म खत्म हो गए। प्रीतम जी कहते, राम नाम सलाहे तो सहजे ही सुख होए। हौली हौली सुख आजूगा दोबारा। सब नदरी अंदर वेखदा, जय भावै तह दे। वो सब नूं देख रहा है, ਉਹਦੀ ਨਿਗਾਹ ਵੀ ਸਾਰੇ ਹੈ। ਜਿਹੜੇ ਉਹਨੂੰ ਭਾ ਜਾਂਦੇ ਆ ਉਹਨਾਂ ਨੂੰ ਸੁੱਖ ਦੇ ਹੀ ਜਾਂਦਾ ਹੈ, ਜਿਹੜੇ ਨਹੀਂ ਭਾਉਂਦੇ ਉਹ ਭਟਕਦੇ ਫਿਰਦੇ ਆ। ਕੌਣ ਨਹੀਂ ਭਾਉਂਦਾ? ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਮੇਰਾ ਕੰਤ ਨ ਭਾਵੈ ਚੋਲੜਾ, ਇਹ ਸਰੀਰ ਰੂਪੀ ਚੋਲਾ। ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਤੂੰ ਕਿਵੇਂ ਮਾਲਕ ਦੇ ਦਰ ਤੇ ਸੁੱਖ ਮਾਣ ਸਕਦਾ ਹੈ ਜਦੋਂ ਤੂੰ ਉਹਨੂੰ ਭਾਉਂਦਾ ਹੀ ਨਹੀਂਗਾ। ਕਿਉਂ ਨਹੀਂ ਭਾਉਂਦਾ? ਕਿਉਂਕਿ ਤੂੰ ਤਾਂ ਹੰਕਾਰੀ ਲਾਲਚੀ ਹੋ ਗਿਆ। ਕੋ ਸਤਨਾਮ, ਚੰਗਾ ਨਹੀਂ ਲੱਗਦਾ ਉਹਨੂੰ। ਮੇਰੇ ਪ੍ਰੀਤਮ ਜੀ ਕਹਿੰਦੇ, ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈ ਦੇ।
ਹਉਮੈ ਸਭਾ ਗੰਤ ਹੈ, ਗੰਤੇ ਨੂੰ ਸੁਖ ਨਾਹੇ। ਹੰਕਾਰ ਵਿੱਚ ਗਿਣਤੀ ਮਿਣਤੀ ਹੈ, ਹੰਕਾਰ ਵਿੱਚ ਸੋਚਾਂ ਹੈ, ਹੰਕਾਰ ਦੇ ਵਿੱਚ ਮਨੁੱਖ ਦੇ ਅੰਦਰ ਇੱਕ ਉਤਰਦੀ ਹੈ, ਇੱਕ ਚੜ੍ਹਦੀ ਹੈ, ਤੇ ਫਿਰ ਟੈਨਸ਼ਨ ਪਈ ਰਹਿੰਦੀ ਹੈ। ਫਿਰ ਸੁੱਖ ਕਿੱਥੇ ਟੈਨਸ਼ਨ ਦੇ ਵਿੱਚ? ਕੋ ਸਤਨਾਮ ਸੀ। ਨਿਮਰਤਾ ਵਿੱਚ ਸੁੱਖ ਹੈ, ਹੰਕਾਰ ਵਿੱਚ ਗਿਣਤੀਆਂ ਮਿਣਤੀਆਂ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਕੋਲ ਆ ਕਰਕੇ ਇੱਕੋ ਮਨ ਵਿੱਚ ਗੱਲ ਪੱਕੀ ਕਰ ਲਈ, ਬਈ ਮਨਾ ਤੂੰ ਕੁਛ ਨਹੀਂ ਕਹਿਣਾ, ਜੋ ਗੁਰੂ ਕਹੇਗਾ ਉਹ ਠੀਕ ਹੀ ਕਹੇਗਾ, ਤੂੰ ਉਹ ਤੇ ਟੀਕਾ ਟਿੱਪਣੀ ਨਹੀਂ ਕਰਨੀ ਅੱਜ ਤੋਂ ਬਾਅਦ। ਆਪਣੇ ਮਨ ਨੂੰ ਇਹ ਸਲਾਹ ਦੇਤੀ ਵੀ ਗੁਰੂ ਜੋ ਕਹੇ ਤੂੰ ਸਤ ਬਚਨ ਕਹਿਣਾ ਹੈ। ਕਹੋ ਸਤਨਾਮ ਸੀ। ਚਾਹੇ ਗੁਰੂ ਨੇ ਚੱਕਰ ਚੋਂ ਕੌਲਾ ਕੱਢਣ ਨੂੰ ਕਹਿਤਾ, ਚਾਹੇ ਗੁਰੂ ਨੇ ਅੱਧੀ ਰਾਤ ਨੂੰ ਕਹਿਤਾ। ਸ਼੍ਰੀ ਚੰਦ ਲੱਗਦਾ ਦਿਨ ਚੜ ਗਿਆ। ਪੁੱਤਰ ਸ਼੍ਰੀ ਚੰਦ ਬਾਹਰ ਗਏ, ਨਹੀਂ ਬਾਪੂ ਸੌਂ ਜੋ ਹਜੇ ਅੱਧੀ ਰਾਤ। ਬੁੱਢਿਆ ਤੂੰ ਦੇਖ, ਤਾਂ ਬੁੱਢਾ ਜੀ ਵੀ ਕੋਲ ਰਹਿਣ ਲੱਗ ਪਏ ਸੀ। ਫਿਰ ਬੜਾ ਪਿਆਰ ਪੈ ਗਿਆ, ਉਹ ਵੀ ਉੱਥੇ ਪਏ ਆ ਧਰਮਸ਼ਾਲਾ 'ਚ ਕਰਤਾਰਪੁਰ। ਬਾਬਾ ਬੁੱਢਾ ਜੀ ਬਾਹਰ ਗਏ, ਉਹ ਵੀ ਕਹਿੰਦੇ ਨਹੀਂ ਬਾਪੂ ਜੀ ਹਜੇ ਤਾਂ ਅੱਧੀ ਰਾਤ ਆ। ਲਹਿਣਿਆ ਤੂੰ ਦੇਖ ਕੇ ਆ। ਤਾਂ ਲਹਿਣਾ ਜੀ ਬਾਹਰ ਗਏ, ਸੋਚਣ ਲੱਗ ਪਏ ਹੁਣ ਮੈਂ ਕੀ ਕਹਾਂ, ਹੈ ਹੀ ਅੱਧੀ ਰਾਤ। ਉਹ ਤਾਂ ਦੋ ਜਣੇ ਦੱਸ ਹੀ ਦਿੱਤਾ, ਹੁਣ ਮੈਂ ਕੀ ਕਹਾਂ। ਫਿਰ ਖਿਆਲ ਆਇਆ ਮਨਾ ਜੋ ਕਿਹਾ ਸਾਤੀ ਸੱਤ ਕਹੀ ਜਾ, ਬਸ ਤੂੰ ਕੁਛ ਨਹੀਂ ਕਰਨਾ ਹੋਰ। ਕਹੋ ਸਤਨਾਮ। ਅੰਦਰ ਗਏ, ਹਾਂ ਲੈਣੇ ਚੜ ਗਿਆ ਬਾਪੂ, ਚੜ ਗਿਆ, ਦਿਨ ਚੜ ਗਿਆ। ਕਿੰਨਾ ਕੁ ਚੜ ਗਿਆ? ਜਿੰਨਾ ਤੁਸੀਂ ਚੜਾਤਾ ਉਹਨਾਂ ਚੜ ਗਿਆ, ਬਾਕੀ ਰਹਿੰਦਾ। ਕਹੋ ਸਤਨਾਮ ਸ੍ਰੀ। ਭਾਵ ਤੇਰੇ ਹੁਕਮ ਦੇ ਵਿੱਚ ਹੀ ਸਭ ਕੁਝ ਹੈ। ਇਸ ਕਰਕੇ ਜਿੱਥੇ ਹੰਕਾਰ ਹੈ ਉੱਥੇ ਗਿਣਤੀਆਂ ਮਿਣਤੀਆਂ, ਜਿੱਥੇ ਗਿਣਤੀਆਂ ਮਿਣਤੀਆਂ ਹੈ ਨਹੀਂ ਉੱਥੇ ਹੰਕਾਰ ਖਤਮ ਹੋ ਜਾਂਦਾ ਹੈ। ਹਉਮੈ ਸਭਾ ਗੰਤ ਹੈ, ਗੰਤੇ ਨੋ ਸੁਖ ਨਾਹੇ। ਤੇ ਜਿੱਥੇ ਗਿਣਤੀਆਂ ਮਿਣਤੀਆਂ, ਜਿੱਥੇ ਸਿਆਣਪ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮਿਆਂ ਦੀ ਧਰਤੀ ਤੇ ਮਾਝੇ ਦੇ ਚੌਧਰੀ ਕਹਿੰਦੇ ਤੁਹਾਡੀ ਸੰਧੀ ਕਰਾ ਦਿੰਦੇ ਆ। ਪਾਤਸ਼ਾਹ ਕਹਿੰਦੇ ਪਹਿਲਾਂ ਕਿੱਥੇ ਗਏ? ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦ ਹੋਏ, ਨੌਵੇਂ ਸ਼ਹੀਦ ਹੋਏ, ਬੱਚੇ ਸਾਹਿਬਜ਼ਾਦੇ ਸ਼ਹੀਦ ਹੋਏ, ਸਿੰਘ ਸ਼ਹੀਦ ਹੋਏ ਮੇਰੇ ਇਤਨੇ। ਵਿੱਚੋਂ ਕੋਈ ਚੌਧਰੀ ਹੰਕਾਰੀ ਕਹਿੰਦਾ ਅਸੀਂ ਤੁਹਾਨੂੰ ਗੁਰੂ ਨਹੀਂ ਮੰਨਦੇ। ਫਿਰ ਕਹਿੰਦੇ ਨਾ ਮੰਨੋ, ਇੱਥੇ ਲਿਖ ਕੇ ਦੇ ਦਿਓ ਮਾੜਾ ਜਿਹਾ ਵੀ ਤੁਸੀਂ ਸਾਡੇ ਗੁਰੂ ਨਹੀਂ, ਤੁਹਾਡੇ ਸਿੱਖ ਨਹੀਂ, ਸਾਈਨ ਕਰਾ ਲਏ, ਕਾਗਜ਼ ਲਪੇਟ ਕੇ ਜੇਬ 'ਚ ਪਾ ਲਿਆ। ਇਹ ਵੀ ਹੰਕਾਰ ਦੇ ਵਿੱਚ ਨਹੀਂ ਸੀ ਨਾ। ਤੇ ਜੇ ਕਿਤੇ ਭਾਈ ਮਹਾ ਸਿੰਘ ਹੋਰੇ, ਮਾਤਾ ਭਾਗੋ ਹੋਰੇ, ਇਹ 40 ਸਿੱਖ ਨਿਮਰਤਾ ਨਾਲ ਗੁਰੂ ਦੇ ਮਗਰ ਜਾ ਕੇ ਉਹ ਕਾਗਜ਼ ਨਾ ਪੜਵਾਉਂਦੇ ਤੇ ਅੱਜ ਤੱਕ ਕੀ ਬਣਦਾ? ਫਿਰ ਕਹੋ ਸਤਨਾਮ ਸ੍ਰੀ। ਉਹ ਕਾਗਜ਼ ਪੜਵਾਉਣਾ ਪਿਆ। ਕਈ ਵਾਰੀ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ। ਕਹੋ ਸਤਨਾਮ ਸ੍ਰੀ। ਮੇਰੇ ਪ੍ਰੀਤਮ ਜੀ ਕਹਿੰਦੇ ਹਉਮੈ ਸਭਾ ਗੰਤ ਹੈ, ਗੰਤੇ ਨੂੰ ਸੁਖ ਨਾਹੇ। ਵੇਖੀ ਕਾਰ ਕਮਾਵਣੀ, ਵੇਖੀ ਮਾਹੇ ਸਮਾਹੇ। ਹੰਕਾਰੀ ਬੰਦਾ ਕਈ ਵਾਰੀ ਆਪਣੇ ਵਾਸਤੇ ਖੂਹ ਪੱਟ ਲੈਂਦਾ ਤੇ ਉਹਦੇ ਵਿੱਚ ਹੀ ਖਤਮ ਹੋ ਜਾਂਦਾ। ਕਹੋ ਸਤਨਾਮ ਸੀ। ਆਪਦੇ ਹੰਕਾਰ ਨਹੀਂ ਮਾਰਿਆ ਜਾਂਦਾ। ਔਰ ਕਿਤਨੇ ਹੰਕਾਰੀਆਂ ਦਾ ਹਾਲ ਹੋਇਆ ਹੈ। ਚਾਹੇ ਦੁਰਯੋਧਨ ਵਰਗੇ ਦੇਖ ਲਓ, ਚਾਹੇ ਰਾਵਣ ਵਰਗੇ ਦੇਖ ਲਓ, ਚਾਹੇ ਹੋਰ ਦੇਖ ਲਓ, ਚਾਹੇ ਹਰਮੰਦਰ ਸਾਹਿਬ ਤੇ ਅਟੈਕ ਕਰਨ ਵਾਲੇ ਦੇਖ ਲਓ। ਕਹੋ ਸਤਨਾਮ। ਅੱਜ ਤੱਕ ਜਿਨ੍ਹਾਂ ਨੇ ਹਰਮੰਦਰ ਸਾਹਿਬ ਵੱਲ ਪੁੱਠੀ ਅੱਖ ਨਾਲ ਦੇਖਿਆ, ਗਲਤ ਅੱਖ ਨਾਲ ਦੇਖਿਆ, ਉਹਨਾਂ ਦਾ ਵੀ ਆਹੀ ਹਾਲ ਹੋਇਆ। ਹੰਕਾਰੀਆਂ ਵਾਲਾ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੱਜ ਤੱਕ। ਗੁਰੂ ਕਿਰਪਾ ਕਰਨ ਅੱਗੇ ਚੱਲੀਏ। ਵੇਖੀ ਕਾਰ ਕਮਾਵਣੀ। ਹੰਕਾਰੀ ਬੰਦਾ ਜ਼ਹਿਰੀਲੇ ਕੰਮ ਕਰਦਾ, ਗਲਤ ਕੰਮ ਕਰਦਾ ਹੈ। ਸੱਪ ਦੇ ਵਿੱਚ ਵੀ ਜ਼ਹਿਰ ਹੁੰਦਾ, ਉਹ 'ਚ ਵੀ ਹੰਕਾਰ ਹੁੰਦਾ ਹੈ। ਹੰਕਾਰੀ ਬੰਦੇ ਵਿੱਚ ਵੀ ਹੰਕਾਰ ਦਾ ਜ਼ਹਿਰ ਹੁੰਦਾ ਹੈ। ਵੇਖੀ ਕਾਰ ਕਮਾਵਣੀ, ਵੇਖੀ ਮਾਹੇ ਸਮਾਹੇ। ਬਿਨ ਨਾਵੇ ਠੌਰ ਨਾ ਪਾਏ ਨੀ। ਸੱਪ ਨੂੰ ਜ਼ਹਿਰ ਜਦੋਂ ਤੰਗ ਕਰਦਾ ਨਾ, ਉਦੋਂ ਡੰਗ ਮਾਰਦਾ। ਉਹਦਾ ਸਰੀਰ ਤਪ ਜਾਂਦਾ ਅੰਦਰੋਂ। ਜਦੋਂ ਜ਼ਹਿਰ ਉਹਦਾ ਅੰਦਰੋਂ ਜੀਭ ਦੇ ਵਿੱਚ ਹੱਲਾ ਇੱਕ, ਜਦੋਂ ਜ਼ਹਿਰ ਦਾ ਫੁੱਲ ਭਰ ਜਾਂਦਾ ਨਾ, ਫਿਰ ਉਹ ਹੰਕਾਰ ਦਾ ਫਕਾਰੇ ਮਾਰਦਾ ਹੈ। ਜੇ ਤਾਂ ਕੋਈ ਬੰਦਾ ਟੱਕਰ ਗਿਆ ਤੇ ਉਹਦੇ ਡੰਗ ਮਾਰ ਦੋ, ਨਹੀਂ ਤਾਂ ਫਿਰ ਘਾਹ ਤੇ ਮਾਰਦਾ ਫਿਰਦਾ। ਕਹੋ ਸਤਨਾਮ ਸ੍ਰੀ। ਹੰਕਾਰੀ ਬੰਦਾ ਵੀ ਆਪਣੇ ਹੰਕਾਰ ਨੂੰ ਪੱਠੇ ਪਾਉਣ ਵਾਸਤੇ ਗਰੀਬਾਂ ਨੂੰ ਦੁੱਖ ਦਿੰਦਾ ਕਈ ਵਾਰੀ। ਕਹੋ ਸਤਨਾਮ ਸ੍ਰੀ। ਪਰ ਉਹਦਾ ਹਾਲਤ ਫਿਰ ਉਹੀ ਹੁੰਦਾ ਹੈ ਜੋ ਹੰਕਾਰੀਆਂ ਨਾਲ ਹੋਇਆ ਅੱਜ ਤੱਕ। ਵੇਖੀ ਕਾਰ ਕਮਾਵਣੀ, ਵੇਖੀ ਮਾਹੇ ਸਮਾਏ। ਬਿਨ ਨਾਵੇ ਠੌਰ ਨਾ ਪਾਏ ਨੀ, ਜੰਪਰ ਦੁੱਖ ਸਹਾਏ। ਫਿਰ ਇਹਨਾਂ ਦੀ ਜਿਹੜੀ ਹੈ ਜਗ੍ਹਾ, ਇਹਨਾਂ ਦੀ ਸਮਾਪਤੀ ਇੱਥੋਂ ਤੱਕ ਹੀ ਨਹੀਂ ਹੁੰਦੀ।
ਜਹਾਂਗੀਰ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਤੁਹਾਡਾ ਔਗਣਹਾਰਾ ਦੋਖੀ ਹੈ, ਚੰਦੂ ਫੜ ਕੇ ਲੈ ਜਾਓ, ਇਹਨੂੰ ਸਜ਼ਾ ਦੇ ਦਿਓ। ਪਾਤਸ਼ਾਹ ਕਹਿੰਦੇ ਇੱਥੇ ਸਜ਼ਾ ਦੀ ਪੂਰੀ ਨਹੀਂ ਹੁੰਦੀ, ਜਿਹੜੇ ਨੇ ਕੰਮ ਕੀਤੇ ਆ ਨਾ ਇਹਦੀ ਸਜ਼ਾ ਕੇਵਲ ਇੰਨੀ ਨਹੀਂ ਕਿ ਧੌਣ ਵੱਢ ਕੇ ਮਾਰ ਦਿਓ, ਕਿੰਨੀ ਕੁ ਸਜ਼ਾ ਇਹਨੂੰ ਦਈਏ ਇਹਦੇ ਪਾਪ ਖਤਮ ਨਹੀਂ ਹੋਣੇ, ਇਹਨੂੰ ਫਿਰ ਨਰਕਾਂ ਵਿੱਚ ਵੀ ਸਿੱਟਣਾ ਪੈਣਾ। ਕਹੋ ਸਤਨਾਮ ਸ੍ਰੀ। ਤਾਂ ਇੱਥੇ ਤਾਂ ਨਰਕ ਵਿਖਾਇਆ, ਗਾਹਾਂ ਵੀ ਨਰਕਾਂ ਨੂੰ ਗਿਆ। ਇਵੇਂ ਜਿਵੇਂ ਔਰੰਗਜ਼ੇਬ ਦੇ ਬਾਰੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਕਿਹਾ ਜੀ ਔਰੰਗਜ਼ੇਬ ਕਿਵੇਂ ਮਰੂਗਾ, ਐਸਾ ਜ਼ੁਲਮੀ ਰਾਜਾ। ਕਹਿੰਦੇ ਦੱਸੋ ਕਿਵੇਂ ਮਾਰਨਾ, ਸ਼ਬਦ ਨਾਲ ਮਾਰੀਏ ਕਿ ਤੀਰ ਨਾਲ ਮਾਰੀਏ? ਕਹਿੰਦੇ ਜਿਵੇਂ ਠੀਕ ਲੱਗਦਾ। ਕਹਿੰਦੇ ਤੀਰਾਂ ਨਾਲ ਮਾਰਿਆ ਫਿਰ ਦੁੱਖ ਦੇਊਗਾ, ਇਹਨੂੰ ਸ਼ਬਦ ਨਾਲ ਹੀ ਮਾਰਦੇ ਆ। ਕਹੋ ਸਤਨਾਮ ਸ੍ਰੀ। ਜ਼ਫਰਨਾਮੇ ਦੇ ਸ਼ਬਦਾਂ ਨਾਲ ਹੀ ਮਾਰਿਆ, ਤੜਫਦਾ ਹੋਇਆ ਮਰਿਆ ਤੇ ਗਾਹਾਂ ਵੀ ਨਰਕਾਂ ਨੂੰ ਗਿਆ ਉਹ। ਗੁਰੂ ਕਿਰਪਾ ਕਰਨ ਆਖਰੀ ਪੰਕਤੀਆਂ ਵਿੱਚ ਪ੍ਰੀਤਮ ਜੀ ਕਹਿੰਦੇ ਜਿਹੜੇ ਹੰਕਾਰੀ ਹੈ ਔਰੰਗੇ ਵਰਗੇ, ਚੰਦੂ ਵਰਗੇ, ਅੱਜ ਦੇ ਰਾਜੇ, ਪੁਰਾਣੇ ਰਾਜੇ, ਵਰਤਮਾਨ ਰਾਜੇ, ਉਹਨਾਂ ਦੀ ਆ ਹਾਲਤ ਹੋਣੀ ਆ। ਬੇਕੀ ਕਾਰ ਕਮਾਵਣੀ ਵੇਖੀ ਮਾਹੇ ਸਮਾਏ, ਸੱਪਾਂ ਦੀਆਂ ਜੂਨੀਆਂ ਚੋਂ ਨਿਕਲਦੇ ਆ, ਠੂਹਿਆਂ ਦੀਆਂ ਜੂਨੀਆਂ 'ਚ ਪੈ ਜਾਂਦੇ ਆ। ਕਹੋ ਸਤਨਾਮ ਸ੍ਰੀ। ਜ਼ਹਿਰੀਲੀਆਂ ਜੂਨਾਂ ਵਿੱਚ ਪੈ ਜਾਂਦੇ ਹਨ। ਫਿਰ ਉਹ ਅੱਗੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਬਿਨ ਨਾਵੈ ਠੌਰ ਨਾ ਪਾਏ ਨੀ ਜੰਪਰ ਦੁੱਖ ਸਹਾਏ, ਫਿਰ ਜਮਾਂ ਦੇ ਵਸ ਪਾਏ ਜਾਂਦੇ ਆ। ਜੀਓ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਆਓ ਗੁਰੂ ਨਾਲ ਜੁੜ ਗਏ ਆਪਾਂ। ਇਹ ਜੀਓ ਆਤਮਾ, ਇਹ ਸਰੀਰ, ਇਹ ਦਿੱਤੀਆਂ ਹੋਈਆਂ ਦਾਤਾਂ, ਇਹਨਾਂ ਦਾ ਮਾਲਕ ਪਰਮੇਸ਼ਰ ਹੈ। ਕਹੋ ਸਤਨਾਮ ਸ੍ਰੀ। ਜੀਓ ਪਿੰਡ ਸਭ ਤਿਸ ਦਾ, ਤਿਸੇ ਦਾ ਆਧਾਰ, ਰੋਟੀ ਵੀ ਦੇਣ ਵਾਲਾ ਉਹੀ ਹੈ। ਕਹੋ ਸਤਨਾਮ ਸ੍ਰੀ। ਸਾਨੂੰ ਸਭ ਨੂੰ ਉਹਦਾ ਆਸਰਾ ਲੈਣਾ ਚਾਹੀਦਾ ਹੈ। ਗੁਰ ਪ੍ਰਸ਼ਾਦੀ ਬੁੱਝੀ ਹੈ ਤਾਂ ਪਾਏ ਮੋਖ ਦੁਆਰ। ਆਓ ਗੁਰੂ ਦੀ ਕਿਰਪਾ ਲੈ ਕੇ ਇਸ ਗੱਲ ਨੂੰ ਸਮਝੀਏ ਕਿ ਅਸੀਂ ਕੌਣ ਆ, ਕਿੱਥੋਂ ਆਏ ਆ, ਕੀ ਲੈਣ ਆਏ ਆ। ਜੋ ਲੈਣ ਆਏਗਾ, ਲੈਣ ਆਏ ਹਾਂ ਉਹ ਕਿਵੇਂ ਮਿਲੇਗਾ, ਇਹ ਗੁਰੂ ਨੂੰ ਪੁੱਛ ਲਓ। ਗੁਰੂ ਕਹਿੰਦਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਗੁਰੂ ਕਹਿੰਦਾ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਗੁਰੂ ਤਾਂ ਕਹਿੰਦਾ ਐਸਾ ਮਦ ਮੂਲ ਨਾ ਪੀਚੀ, ਜਿਤ ਵਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਪੁੱਛ ਲਓ ਗੁਰੂ ਨੂੰ, ਗੁਰੂ ਬੋਲ ਕੇ ਦੱਸਦਾ ਸਾਰਾ ਕੁਝ। ਕਹੋ ਸਤਨਾਮ ਸ੍ਰੀ। ਇਸ ਕਰਕੇ ਆਓ ਗੁਰੂ ਨੂੰ ਪੁੱਛੀਏ। ਗੁਰ ਪ੍ਰਸਾਦੀ ਬੁੱਝੀ ਹੈ ਤਾਂ ਪਾਏ ਮੋਖ ਦੁਆਰ। ਤਾਂ ਅਸੀਂ ਇਹਨਾਂ ਸਜ਼ਾਵਾਂ ਚੋਂ ਮੁਕਤ ਹੋ ਸਕਦੇ ਹਾਂ, ਦੁੱਖਾਂ ਤੋਂ ਬਚ ਸਕਦੇ ਹਾਂ। ਨਾਨਕ ਨਾਮ ਸਲਾਹੇ ਤੂੰ। ਫਿਰ ਆਪਣੇ ਆਪ ਨੂੰ ਤੀਜੇ ਪਾਤਸ਼ਾਹ ਕਹਿੰਦੇ, ਹੇ ਨਾਨਕ ਤੂੰ ਵੀ ਉਹਦੀ ਸਿਫਤ ਕਰਿਆ ਕਰੋ, ਤੁਸੀਂ ਵੀ ਕਰਿਆ ਕਰੋ। ਸਹੀ ਪਿਆਰਿਆ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰ। ਕਿਹਦਾ ਨਾਮ? ਨਾਮ ਤਾਂ ਸਾਰਿਆਂ ਦੀ ਆ, ਕਿਹਦਾ ਨਾਮ ਸਲਾਹੀਏ? ਜਿਹਦਾ ਅੰਤ ਨਹੀਂ ਹੈਗਾ। ਤਾਂ ਗੱਲ ਕਲੀਅਰ ਹੋ ਗਈ। ਪਰਮੇਸ਼ਰ ਦਾ ਸਿਮਰਨ ਕਰੀਏ, ਉਹਦੇ ਨਾਲ ਜੁੜੀਏ। ਇਹਦੂ ਉੱਤੇ ਹੋਰ ਕੋਈ ਵੀ ਗੱਲ ਨਹੀਂ ਹੈ। ਗੁਰੂ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਵਿਚਾਰਾਂ ਇੱਥੇ ਰੋਕਦੇ ਹਾਂ। ਅਗਲੇ ਸ਼ਬਦ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਬਿਨ ਗੁਰ ਰੋਗ ਨ ਟੋਟੀ, ਹਉ ਮੈਂ ਪੀੜ ਨ ਜਾਏ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਤਰ੍ਹਾਂ ਦਾ ਦੁੱਖ ਜਿਨ੍ਹਾਂ ਦਾ ਇਲਾਜ ਗੁਰੂ ਕੋਲ ਹੀ ਆ, ਹੋਰ ਕਿਸੇ ਕੋਲੇ ਨਹੀਂ। ਕੋ ਸਤਨਾਮ। ਕਈ ਬਿਮਾਰੀਆਂ ਦਾ ਇਲਾਜ ਵੈਦਾਂ ਕੋਲ ਵੀ ਨਹੀਂ ਹੁੰਦਾ, ਡਾਕਟਰਾਂ ਕੋਲ ਨਹੀਂ ਹੁੰਦਾ। ਤੇ ਡਾਕਟਰ ਵੀ ਪਰਿਵਾਰ ਨੂੰ ਕਹਿੰਦੇ ਆ, ਭਾਈ ਆਪਦੇ ਧਰਮ ਨੂੰ ਯਾਦ ਕਰੋ, ਆਪਦੇ ਗੁਰੂਆਂ ਪੀਰਾਂ ਨੂੰ ਯਾਦ ਕਰੋ, ਸਾਡੇ ਤਾਂ ਹੱਥ ਖੜੇ ਆ ਹੁਣ। ਕਹੋ ਸਤਨਾਮ ਸੀ। ਤੇ ਨਾਸਾ ਦਾ ਜਿਹੜਾ ਸਾਇੰਸਦਾਨ ਸੀਗਾ, ਉਹਨੂੰ ਵੀ ਡਾਕਟਰਾਂ ਨੇ ਹੱਥ ਖੜੇ ਕਰਕੇ ਤੋਰਤਾ ਸੀ ਘਰ ਨੂੰ, ਵੀ ਘਰੇ ਸੇਵਾ ਕਰ ਲਓ। ਤੇ ਕਿਸੇ ਗੁਰਸਿੱਖ ਦੀ ਸਲਾਹ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਆ ਕੇ ਜਦੋਂ ਬਾਣੀ ਸੁਣਨੀ ਸ਼ੁਰੂ ਕੀਤੀ, ਉਹ ਨਾਸਾ ਦਾ ਸਾਇੰਸਦਾਨ ਕਈ ਸਾਲ ਉਦੋਂ ਬਾਅਦ ਵੀ ਜਿਉਂਦਾ ਰਿਹਾ। ਔਰ ਉਹਦੇ ਸਰੀਰ ਦੇ ਵਿੱਚੋਂ ਮੁੜ ਕੇ ਜਿਹੜਾ ਗੁਰੂ ਪਿਆਰਿਓ ਕੈਂਸਰ ਦਾ ਫੋੜਾ ਸੀ, ਕੈਂਸਰ ਦਾ ਜੋ ਸਰੀਰ ਦੇ ਹੱਡੀ ਵਿੱਚ ਫੈਲ ਚੁੱਕਿਆ ਸੀਗਾ, ਗੁਰੂ ਪਿਆਰਿਓ ਉਹ ਜਿਹੜਾ ਸੀਗਾ ਮੁੜ ਕੇ ਲੱਭਿਆ ਨਹੀਂ ਉਹਦੇ ਸਰੀਰ ਦੇ ਵਿੱਚੋਂ। ਇਹ ਗੁਰੂ ਦੇ ਕੋਲ ਤਾਕਤ ਹੈ। ਵਿਚਾਰਾਂ ਇੱਥੇ ਰੋਕਦੇ ਆ। ਗੁਰੂ ਕਿਰਪਾ ਕਰਨ
अगले शब्द के विचार कल के दीवाना में सरवण करांगे। बिन गुर रोग न टोटे, हाँ मैं पीड़ न जाए। सो गुरु कृपा करन, गुरु वाले बनीए, अमर दी दात प्राप्त करिए, तां ते साडा रहिंदा समा जिहड़ा है गुरु पातशाह नाल जुड़ के जिहड़ा है सफला होवे। बिन सतगुर सेवे जी के बंधना, हम मैं कर्म कमाए। अज का फरमान भी इसे विषय ते है। गुरु नूं सिमरन तो बगैर बंदा हंकार दे विच भटकदा रहिंदा है। गुरु कृपा करन। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। रामकली महला तीजा।